ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਹਾਂਜੀ, ਅੱਜ ਆਪਾਂ ਆਪਣਾ ਟੌਪਿਕ ਜੋ ਸਟਾਰਟ ਕੀਤਾ ਹੋਇਆ ਐਟਮਸ ਐਂਡ ਮੋਲੀਕਿਊਲ ਉਸ ਨੂੰ ਕੰਟੀਨਿਊ ਕਰਾਂਗੇ। ਪਾਰਟ ਸੈਕਿੰਡ ਰਹਿਣ ਵਾਲਾ ਹੈ। ਆਈ ਹੋਪ ਤੁਸੀਂ ਪਾਰਟ 1 ਕਵਰ ਕਰ ਚੁੱਕੇ ਹੋ। ਐਂਡ ਇੱਕ ਹੋਰ ਕੁਐਸਚਨ ਜੋ ਕਮੈਂਟ ਬਾਕਸ ਦੇ ਵਿੱਚ ਤੁਸੀਂ ਪੁੱਛ ਰਹੇ ਹੋ ਕਿ ਮੈਮ ਐਗਜ਼ਾਮ ਕਦੋਂ ਹੋਏਗਾ। ਹਾਂਜੀ, ਇਸ ਦੀ ਹਜੇ ਕੋਈ ਵੀ ਕਨਫਰਮੇਸ਼ਨ ਜਾਂ ਆਪਣੇ ਕੋਲ ਨਹੀਂ ਆਈ। ਮੀਨਸ ਕਦੋਂ ਤੱਕ ਹੋ ਸਕਦਾ ਹੈ, ਬਟ ਹੋਣਾ ਚਾਹੀਦਾ ਐਜ਼ ਸੂਨ ਐਜ਼ ਪੋਸੀਬਲ। ਸੋ ਤੁਸੀਂ ਆਪਣੀ ਪ੍ਰਿਪਰੇਸ਼ਨ ਨੂੰ ਕੰਟੀਨਿਊ ਰੱਖੋ, ਕਿਉਂਕਿ ਐਟ ਏ ਟਾਈਮ ਤਾਂ ਸਾਰਾ ਸਿਲੇਬਸ ਕਵਰ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਤਾਂ ਤੁਸੀਂ ਆਪਣੀ ਪ੍ਰਿਪਰੇਸ਼ਨ ਕੰਟੀਨਿਊ ਕਰੋ ਐਂਡ ਜਲਦੀ ਆਪਾਂ ਨੂੰ ਪਤਾ ਲੱਗ ਜੂਗਾ ਕਿ ਐਗਜ਼ਾਮ ਕਦੋਂ ਹੈ। ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ 'ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਦੈਟ ਤੁਹਾਨੂੰ ਸਾਰੀ ਇਨਫੋਰਮੇਸ਼ਨ ਟਾਈਮ ਟੂ ਟਾਈਮ ਮਿਲਦੀ ਰਹੇ। ਸਟਾਰਟ ਕਰਦੇ ਹਾਂ ਅੱਜ ਦਾ ਟੌਪਿਕ। ਕੱਲ੍ਹ ਆਪਾਂ ਨੇ ਗੱਲ ਕਰ ਲਈ ਸੀਗੀ ਐਟਮਸ ਕੀ ਹੁੰਦੇ ਆ, ਮੋਲੀਕਿਊਲਸ ਕੀ ਹੁੰਦੇ ਆ, ਜਾਂ ਉਸ ਤੋਂ ਬਾਅਦ ਆਪਾਂ ਨੇ ਗੱਲ ਕਰ ਲਈ ਸੀ ਜਿੰਨੇ ਵੀ ਸਾਰੇ ਐਟਮਸ ਨੇ, ਅਟੋਮਿਕ ਨੰਬਰ ਹੈ, ਮਾਸ ਨੰਬਰ ਹੈ, ਐਲੀਮੈਂਟਸ, ਉਹਨਾਂ ਦੇ ਸਿੰਬਲਸ, ਆਪਾਂ ਇਹ ਸਾਰਾ ਕੁਝ ਕੀ ਹੈ ਗੱਲ ਕਰ ਚੁੱਕੇ ਹਾਂ। ਕੱਲ੍ਹ ਦੀ ਜੋ ਵੀਡੀਓ ਸੀ ਉਹ ਮੇਨ ਰਹੇਗੀ, ਕਿਉਂਕਿ ਉੱਥੋਂ ਬੇਸਿਕ ਤੁਹਾਡਾ ਬਣ ਜਾਏਗਾ। ਠੀਕ ਹੈ ਜੀ। ਨੈਕਸਟ ਹੁਣ ਆਪਾਂ ਜੋ ਗੱਲ ਕਰਨੀ ਹੈ ਉਹ ਆਪਾਂ ਮੋਡਲ ਦੀ ਕਰਾਂਗੇ, ਬੋਹਰਜ਼ ਮੋਡਲ ਦੀ। ਬੋਹਰਜ਼ ਮੋਡਲ ਆਫ ਐਟਮ। ਦੇਖੋ, ਬੋਹਰ ਇੱਕ ਸਾਇੰਟਿਸਟ ਹੋਏ ਨੇ, ਨੀਲ ਬੋਹਰ ਕਿਹਾ ਜਾਂਦਾ ਹੈ। ਇਹਨਾਂ ਨੇ ਵੀ ਕੀ ਹੈ ਐਟਮ ਬਾਰੇ, ਇਹਨਾਂ ਨੇ ਐਟਮ ਦੀ ਗੱਲ ਕੀਤੀ ਸੀਗੀ। ਇਹਨਾਂ ਨੇ ਐਟਮ ਨੂੰ ਐਜ਼ ਅ ਸੈਂਟਰਲ ਨਿਊਕਲੀਅਸ ਨਾਲ ਗੱਲ ਕੀਤੀ ਸੀ, ਜਿਸ ਦਾ ਕੋਈ ਸੈਂਟਰਲ ਨਿਊਕਲੀਅਸ ਹੈ ਜੋ ਕੀ ਕੰਟੇਨ ਕਰਦਾ। ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ, ਪ੍ਰੋਟੋਨਸ ਐਂਡ ਨਿਊਟਰੋਨਸ। ਐਂਡ ਨਾਲ ਹੀ ਉਸ ਦੇ ਵਿੱਚ ਕੀ ਨੇ, ਇਲੈਕਟ੍ਰੋਨ ਵੀ ਪ੍ਰੈਜ਼ੈਂਟ ਨੇ। ਉਸ ਪੂਰੇ ਮੋਡਲ ਦੀ ਕੀ ਕੀਤੀ ਗਈ ਸੀ, ਗੱਲ ਕੀਤੀ ਗਈ ਸੀ ਜੋ ਇੱਕ ਪਰਟੀਕੂਲਰ ਔਰਬਿਟ ਦੇ ਵਿੱਚ ਹੁੰਦੇ ਨੇ, ਜੋ ਇਲੈਕਟ੍ਰੋਨ ਇੱਕ ਸਰਕੂਲਰ ਔਰਬਿਟ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ। ਕਲੀਅਰ, ਇੱਕ ਸਰਕੂਲਰ ਔਰਬਿਟ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਹੈ। ਇੱਕ ਸਪੈਸੀਫਿਕ ਡਿਸਟੈਂਸ ਹੁੰਦਾ ਕਿਸ ਤੋਂ, ਨਿਊਕਲੀਅਸ ਤੋਂ, ਜੋ ਜਿੱਥੇ ਇਲੈਕਟ੍ਰੋਨ ਪ੍ਰੈਜ਼ੈਂਟ ਹੁੰਦੇ ਆ। ਕਲੀਅਰ। ਜਿਹੜੇ ਇਹ ਔਰਬਿਟਸ ਨੇ, ਜੋ ਇਹ ਔਰਬਿਟਸ ਦੀ ਗੱਲ ਕੀਤੀ ਹੈ, ਇਹਨਾਂ ਦੇ ਕੀ ਹੁੰਦੇ ਨੇ, ਫਰੋਮ ਇਲੈਕਟ੍ਰੋਨ ਸ਼ੈਲਸ ਜਾਂ ਐਨਰਜੀ ਲੈਵਲ। ਇਹਨਾਂ ਨੂੰ ਆਪਾਂ ਦੇਖ ਪਾਉਂਦੇ ਹਾਂ ਜਿਹਦੇ ਵਿੱਚ ਕੀ ਹੁੰਦੇ ਨੇ, ਨੰਬਰ ਆਫ ਇਲੈਕਟ੍ਰੋਨਸ ਕੀ ਹੁੰਦੇ ਨੇ, ਪ੍ਰੈਜ਼ੈਂਟ ਹੁੰਦੇ ਆ। ਅਲੱਗ-ਅਲੱਗ ਸ਼ੈਲ ਦੇ ਵਿੱਚ। ਤਾਂ ਜਿਹੜੇ ਐਨਰਜੀ ਲੈਵਲ ਨੇ ਇਹਨਾਂ ਨੂੰ ਇੱਦਾਂ ਡੈਜ਼ਿਗਨੇਟਡ ਕੀਤਾ ਜਾਂਦਾ ਕਿਸ ਦੇ ਦੁਆਰਾ, ਬਾਈ ਨੰਬਰਸ, ਜਿਸ ਨੂੰ ਆਪਾਂ ਕਿਸ ਦੇ ਨਾਲ ਮੈਂਸ਼ਨ ਕਰਦੇ ਹਾਂ, ਸਮੋਲ ਐਨ ਦੇ ਨਾਲ। ਕਲੀਅਰ। ਜਿਵੇਂ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿਸ ਤਰੀਕੇ ਨਾਲ ਇਸ ਨੂੰ ਬਣਾਇਆ ਜਾਂਦਾ ਜਾਂ ਕੀ ਹੁੰਦਾ। ਜਿਵੇਂ ਆਪਾਂ ਨੂੰ ਪਤਾ ਹੈ, ਇਹ ਇੱਕ ਸੈਂਟਰ ਦੇ ਵਿੱਚ ਮੰਨ ਲਓ ਕੋਈ ਨਿਊਕਲੀਅਸ ਹੈ ਜਿਸ ਦੇ ਵਿੱਚ ਪ੍ਰੋਟੋਨ ਐਂਡ ਨਿਊਟਰੋਨ ਪ੍ਰੈਜ਼ੈਂਟ ਹੈ। ਨਿਊਟਰੋਨ 'ਤੇ ਕੋਈ ਵੀ ਚਾਰਜ ਨਹੀਂ ਹੁੰਦਾ, ਤੁਹਾਨੂੰ ਦੱਸਣ ਦੇ ਲਈ ਮੈਂ ਐਨ ਦੇ ਉੱਪਰ ਨੋਟ ਪਾਤਾ। ਇਹ ਕੀ ਹੁੰਦੇ ਨੇ, ਇਸ ਤਰੀਕੇ ਨਾਲ ਬਣੇ ਹੁੰਦੇ ਨੇ ਆਪਣੇ ਕੋਲ ਐਨਰਜੀ ਸ਼ੈਲਸ, ਜਿਨ੍ਹਾਂ ਦੇ ਉੱਪਰ ਕੀ ਪ੍ਰੈਜ਼ੈਂਟ ਹੁੰਦੇ ਨੇ, ਇਲੈਕਟ੍ਰੋਨਸ ਪ੍ਰੈਜ਼ੈਂਟ ਹੁੰਦੇ ਆ। ਕਲੀਅਰ। ਕੀ ਪ੍ਰੈਜ਼ੈਂਟ ਹੁੰਦੇ ਨੇ, ਇਲੈਕਟ੍ਰੋਨਸ ਪ੍ਰੈਜ਼ੈਂਟ ਹੁੰਦੇ ਆ। ਜਿਹੜੇ ਇਲੈਕਟ੍ਰੋਨਸ ਹੁੰਦੇ ਆ ਇਹਨਾਂ ਨੂੰ ਆਪਾਂ ਲੈਵਲਸ ਬੋਲਦੇ ਹਾਂ, ਜਾਂ ਤੁਸੀਂ ਔਰਬਿਟਸ ਵੀ ਬੋਲ ਸਕਦੇ ਹੋ। ਕਲੀਅਰ। ਲੈਵਲ ਬੋਲ ਸਕਦੇ ਹੋ ਜਾਂ ਔਰਬਿਟਸ ਬੋਲ ਸਕਦੇ ਹੋ। ਜਿਵੇਂ ਆਹ ਕੀ ਹੋਊਗਾ, ਆਪਣਾ ਫਸਟ ਸ਼ੈਲ ਹੋਊਗਾ, ਜੋ ਆਹ ਵਾਲਾ ਬਲੈਕ ਜਿਸ 'ਤੇ ਮੈਂ ਲਗਾ ਰਹੀ ਹਾਂ, ਇਹ ਫਸਟ ਸ਼ੈਲ ਹੋਊਗਾ ਜਿਸ ਨੂੰ ਕੇ ਸ਼ੈਲ ਕਹਿੰਦੇ ਆ। ਠੀਕ ਹੈ ਜੀ। ਸੈਕਿੰਡ ਆਪਣੇ ਕੋਲ ਹੋਊਗਾ ਐਲ, ਐਂਡ ਫਿਰ ਹੋਊਗਾ ਐਮ ਸ਼ੈਲ। ਇਸ ਤਰੀਕੇ ਨਾਲ ਕੇ ਐਲ ਐਮ ਐਨ। ਠੀਕ ਹੈ ਜੀ। ਇਹਨਾਂ ਦੇ ਵਿੱਚ ਕੀ ਹੈ, ਇਲੈਕਟ੍ਰੋਨਸ ਆਪਣੇ ਆਪਣੇ ਔਰਬਿਟ ਦੇ ਵਿੱਚ ਘੁੰਮਦੇ ਨੇ। ਇਹਨਾਂ ਨੂੰ ਹੋਰ ਕੀ ਕਿਹਾ ਜਾਂਦਾ, ਸਟੇਸ਼ਨਰੀ ਐਨਰਜੀ ਲੈਵਲਸ ਵੀ ਕਿਹਾ ਜਾਂਦਾ ਹੈ। ਸਟੇਸ਼ਨਰੀ ਐਨਰਜੀ ਲੈਵਲਸ। ਕਲੀਅਰ। ਇਹ ਚੀਜ਼ ਕਲੀਅਰ ਹੋਈ। ਇਹਦਾ ਮਤਲਬ ਕੀ ਹੈ, ਸਟੇਸ਼ਨਰੀ ਐਨਰਜੀ ਲੈਵਲ ਦਾ ਮਤਲਬ ਕੀ ਹੈ, ਜਿਹੜੀ ਇਹਨਾਂ ਦੀ ਐਨਰਜੀ ਹੈ ਉਹ ਕੀ ਹੋਊਗੀ, ਫਿਕਸਡ ਹੋਊਗੀ। ਉਹ ਐਨਰਜੀ ਚੇਂਜ ਨਹੀਂ ਹੋਊਗੀ, ਫਿਕਸਡ ਰਹੇਗੀ। ਠੀਕ ਹੈ ਜੀ।
क्लीयर होया। ठीक है, नैक्सट हुण अगर आप गल की जाए कि इसनों किस तरीके नाल आपां देखते हैं या किस तरीके नाल इहदे विच मैक्सीमम नंबर ऑफ इलैक्ट्रॉन किन्ने हुंदे हैं, मैक्सीमम नंबर ऑफ इलैक्ट्रॉन्स इन अ शैल 2 स्केयर। क्लीयर, ये फॉर्मूला है एंड ये इंपॉर्टेंट मार्क कर लो, तुसी याद रखोगे। किस तरीके नाल देखो, जिवें हुण अपने कोल किसी के शैल, वो की अपने कोल फस्ट शैल है, मीनस एन उस दे विच की है 1, तो 2 एन दी वैल्यू 1 द स्केयर कितना आ गया 2। इसका मतलब फस्ट शैल दे विच के दे विच किन्ने इलैक्ट्रॉन प्रेजेंट होंगे 2। एल शैल की गल करिए, एल दे विच एन किन्ना अपने कोल 2, तो 2 दी स्केयर 4 इंटू 2 करोगे 8 इलैक्ट्रॉन्स किस प्रेजेंट होंगे, जो अपने कोल सैकेंड शैल है। क्लीयर, नैक्सट आप गल करांगे एम शैल दी, एन किन्ना अपने कोल 3, वैल्यू पुट कर दो 3 द स्केयर 9 इंटू 2 18 इलैक्ट्रॉन्स प्रेजेंट होंगे। इस तरीके नाल की अपने कोल सीरीज चलती है। फस्टली आप हमेशा लोएस्ट एनर्जी शैल नूं फिल करांगे, पहला लोएस्ट एनर्जी शैल सब तो पहला फिल हुंदा है। ठीक है, सब तो पहला लोएस्ट एनर्जी, फिर उस तो बाद सिस्टमैटिक वे नाल डिस्ट्रीब्यूशन हुंदी रहिंदी है, जिसनूं आपां एटम्स दी इलैक्ट्रॉनिक कॉन्फिगरेशन भी बोल दिंदे आ। क्लीयर, की कह दिंदे इलैक्ट्रॉन दी कॉन्फिगरेशन। मैक्सीमम अगर मैं बाहर की गल करा, जिहड़े भी मीनस इनर वाला हो गया के, इस तो अलावा जिन्ने भी ने अपने कोल एल एम एन, मैक्सीमम नंबर ऑफ इलैक्ट्रॉन्स 8 होने चाहिए ने। इन्हां नूं स्टेबल रखने दे लई मैक्सीमम नंबर ऑफ इलैक्ट्रॉन किन्ने होने चाहिए ने अपने कोल 8। क्लीयर, ठीक है जी, क्यों ये किन्ने मतलब ये मेन जो मैं दस्सिया मैक्सीमम, तुस तो कहोगे भी मैम आपां ने 8 इलैक्ट्रॉन 18 इलैक्ट्रॉन, ये उस दे विच चेंज किया गया सी, मतलब आपां कहने किसी भी मॉडल दे विच चेंज लैके आना, उसकी जो मिसटेक है उसनों ठीक करना किसने दस्सिया सी, सोमरफील्ड ने। क्लीयर, उन्होंने दस्सिया सी कि मैक्सीमम नंबर ऑफ इलैक्ट्रॉन्स 8 होने चाहिए ने वध तो वध, जिन्ने भी बाहर वाले शैल ने अपने कोल। क्लीयर, ठीक है जी, मैं कल तुहानूं एक नुमैरिकल दस्सिया सी, तुसीं मैनूं सॉल्व करके हजे तक कमेंट सैक्शन दे विच आंसर नहीं दिता, उसका मैनूं आंसर जरूर दे दिओ कि प्रोटोन नंबर ऑफ प्रोटोन न्यूट्रॉन इलैक्ट्रॉन मैं तुहानूं पुछे होया, जरूर दस्सिओ मैनूं। क्लीयर, नैक्सट आपां गल करांगे इलैक्ट्रॉनिक कॉन्फिगरेशन दी। कॉन्फिगरेशन, हाँ जी, देखो इलैक्ट्रॉनिक कॉन्फिगरेशन की अगर गल की जाए तो इस दे विच देखो अटोमिक नंबर की गल करते हैं शुरू तो, इत्थे अटोमिक नंबर लिखूंगी एंड दैन अपने कोल एलीमेंट, इत्थे आप लिखांगे कॉन्फिगरेशन, इलैक्ट्रॉनिक कॉन्फिगरेशन। क्लीयर, जिवें अटोमिक नंबर फस्ट कौन है अपने कोल, हाइड्रोजन, उसकी कॉन्फिगरेशन की होंगी है 1 क्योंकि 1 इलैक्ट्रॉन है। सैकेंड अपने कौन की आ जाता है, हीलीयम, 2 इलैक्ट्रॉन ने, तो के शैल दे विच 2 ही इलैक्ट्रॉन आ जाएंगे, ए जिवें न्यूक्लियस है, तो इत्थे की आ जाएंगे 2 इलैक्ट्रॉन इस तरीके नाल। क्लीयर, थर्ड अपने कोल की है लीथियम, लीथियम की कॉन्फिगरेशन किद्दां बनूगी 2 1, मतलब पहले च तो 2 मैक्सीमम सीगे, उस तो बाद अगले च जाएंगे किस च, एल च जाएंगे, तो ये किस च आ गया पहला के च फिर एल च, इस तरीके नाल। हुण मैं तुहानूं विचों विचों दस दिंदी हाँ कि किस तरीके नाल आपां ने करना है। जिवें हुण आपां एलूमीनीयम लै लिया, ये मैं तुहानूं 3 दसते, ठीक है जी, इस तरीके नाल कॉन्फिगरेशन आपां कॉन्फिगरेशन ही कर रहे हैं। एलूमीनीयम अटोमिक नंबर आपां नूं पता एलूमीनीयम का कितना हुंदा है 13, तो देखो हुण एलूमीनीयम का अटोमिक नंबर कितना 13, सेंटर च न्यूक्लियस, बाहर वाले च के दे विच किन्ने इलैक्ट्रॉन होंगे मैक्सीमम 2। नैक्सट अगर मैं गल करा एल दे विच किन्ने होने चाहिए 8, 1 2 3 4 5
6 7 8 ਨੈਕਸਟ ਦੇ ਵਿੱਚ M ਦੇ ਵਿੱਚ 3 1 2 3 ਟੋਟਲ 13 ਹੋ ਗਏ। ਟੋਟਲ ਕਿੰਨੇ ਹੋ ਗਏ 13। ਇਹਦੀ ਕੌਨਫੀਗਰੇਸ਼ਨ ਕਿੱਦਾਂ ਲਿਖੋਗੇ 2 8 3 ਇੱਕ ਇਸ ਦੀ ਕੀ ਹੋ ਗਈ ਇਲੈਕਟ੍ਰੋਨਿਕ ਕੌਨਫੀਗਰੇਸ਼ਨ। ਕਲੀਅਰ। ਹੋਰ ਲੈ ਲਓ ਐਗਜ਼ਾਮਪਲ ਮੈਂ ਤੁਹਾਨੂੰ ਸਮਝਾ ਦਿੰਦੇ ਹਾਂ ਥੋੜ੍ਹੇ ਜਿਹੇ ਆਪਾਂ ਕਰ ਲੈਂਦੇ ਹਾਂ ਤਾਂ ਕਿ ਤੁਸੀਂ ਕਨਫਿਊਜ਼ ਨਾ ਹੋਵੋ। ਫਲੋਰੀਨ ਅਟੋਮਿਕ ਨੰਬਰ 9 ਕਿਸ ਤਰੀਕੇ ਨਾਲ ਇਜ਼ ਏ ਸੈਂਟਰ 'ਚ ਨਿਊਕਲੀਅਸ ਪਹਿਲਾਂ ਕਿੰਨੇ ਇਲੈਕਟ੍ਰੋਨ ਆ ਗਏ ਕੇ ਦੇ ਵਿੱਚ 2 ਦੈਨ ਕੋਈ ਗੱਲ ਨਹੀਂ ਕਿਸੇ ਨਾਲ ਵੀ ਬਣਾ ਲਓ 8 ਤਾਂ ਆਉਣਗੇ ਨਹੀਂ ਕਿੰਨੇ ਆ ਜਾਣਗੇ 7 ਕਿਉਂਕਿ 9 ਕੰਪਲੀਟ ਹੋ ਜਾਣਗੇ 4 5 6 7 9 ਹੋ ਗਏ। ਜਿੰਨਾ ਅਟੋਮਿਕ ਨੰਬਰ ਹੈ ਬਸ ਓਨੇ ਇਹਦੀ ਕੌਨਫੀਗਰੇਸ਼ਨ ਕਿੱਦਾਂ ਹੋਗੀ 2 7 ਟੋਟਲ 9 ਬਣੂਗਾ। ਠੀਕ ਹੈ ਜੀ ਕਲੀਅਰ। ਆ ਚੀਜ਼ ਕਲੀਅਰ ਹੋਈ ਆਈ ਹੋਪ ਸਮਝ ਆ ਚੁੱਕਿਆ ਤੁਹਾਨੂੰ। ਇਸ ਤਰੀਕੇ ਨਾਲ ਹੁਣ ਜਿਵੇਂ ਤੁਸੀਂ ਕੋਈ ਵੀ ਲੈ ਕੇ ਦੇਖ ਸਕਦੇ ਹੋ ਕੋਈ ਵੀ ਤੁਸੀਂ ਐਲੀਮੈਂਟ ਲੈ ਲਓ ਜਿਵੇਂ ਕਾਰਬਨ ਅਟੋਮਿਕ ਨੰਬਰ ਕਿੰਨਾ ਹੁੰਦਾ ਕਾਰਬਨ ਦਾ 6 ਕਿਸ ਤਰੀਕੇ ਨਾਲ ਕੌਨਫੀਗਰੇਸ਼ਨ ਬਣੂਗੀ 2 and 4 ਅ ਨਿਊਕਲੀਅਸ ਪਹਿਲੇ 'ਚ 2 ਦੈਨ 4 1 2 3 4 ਕਲੀਅਰ। ਇਹ ਕੀ ਹੋਗੀ ਕੌਨਫੀਗਰੇਸ਼ਨ। ਇਸ ਤਰੀਕੇ ਨਾਲ ਆਪਾਂ ਕੌਨਫੀਗਰੇਸ਼ਨ ਕਰ ਸਕਦੇ ਹਾਂ। ਆਈ ਹੋਪ ਤੁਹਾਨੂੰ ਸਮਝ ਆਇਆ। ਇੱਦਾਂ ਹੀ ਤੁਸੀਂ ਕੈਲਸ਼ੀਅਮ ਸੋਡੀਅਮ ਕਿਸੇ ਵੀ ਚੀਜ਼ ਦਾ ਬਣਾ ਸਕਦੇ ਹੋ ਆਕਸੀਜਨ ਤੁਹਾਨੂੰ ਕੌਨਫੀਗਰੇਸ਼ਨ ਆਉਣੀ ਜ਼ਰੂਰੀ ਹੈ। ਨੈਕਸਟ ਆਪਾਂ ਗੱਲ ਕਰਾਂਗੇ ਐਟੋਮਿਸਿਟੀ ਦੀ। ਐਟੋਮਿਸਿਟੀ ਕੀ ਹੁੰਦਾ ਕਿੰਨੇ ਨੰਬਰ ਆਫ ਐਟਮਸ ਚਾਹੀਦੇ ਹੈ ਨੰਬਰ ਆਫ ਐਟਮਸ ਜੋ ਪ੍ਰੈਜ਼ੈਂਟ ਹੈ ਇੱਕ ਮੋਲੀਕਿਊਲ ਬਣਾਉਣ ਦੇ ਲਈ ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ ਐਟੋਮਿਸਿਟੀ ਕਹਿ ਦਿੰਦੇ ਹਾਂ। ਐਟੋਮਿਸਿਟੀ ਮਤਲਬ ਟਾਈਪਸ ਲਗਾ ਲਓ ਕਿਹੜੀ ਕਿਹੜੀ ਹੁੰਦੀ ਆਪਣੇ ਕੋਲ ਜਿਵੇਂ ਮੋਨੋ ਐਟੋਮਿਕ ਡਾਈ ਐਟੋਮਿਕ ट्राई एटॉमिक या टेट्रा एटॉमिक। क्लियर। हाँ जी ये की होगी एटॉमिसिटी जिमें जिमें ऑक्सीजन है किन्ने अपने कोल ऑक्सीजन ने मतलब ਇਹਦੇ ਵਿੱਚ 2 ਆਕਸੀਜਨ ਜੁੜੇ ਹੋਏ ਆ 2 ਦਾ ਮੋਲੀਕਿਊਲ ਬਣ ਰਿਹਾ ਨਾ ਆਕਸੀਜਨ ਦਾ ਮੋਲੀਕਿਊਲ ਕਦੋਂ ਬਣਿਆ ਜਦੋਂ 2 ਆਕਸੀਜਨ ਜੁੜ ਗਏ ਤਾਂ ਇਸ ਦੀ ਐਟੋਮਿਸਿਟੀ ਕਿੰਨੀ ਹੋ ਗਈ 2 ਤਾਂ ਇਹ ਕਿਸ ਕੈਟਾਗਰੀ ਦੇ ਵਿੱਚ ਆ ਗਿਆ ਡਾਈ ਐਟੋਮਿਕ। ਜਿਵੇਂ ਨਾਈਟ੍ਰੋਜਨ 3 ਟ੍ਰਿਪਲ ਹੋ ਕੇ ਮੋਲੀਕਿਊਲ ਬਣਦਾ 3 ਨਾਈਟ੍ਰੋਜਨ ਜਦੋਂ ਜੁੜ ਜਾਂਦੇ ਆ ਤਾਂ ਇਸ ਦਾ ਮਤਲਬ ਕੀ ਹੈ ਇਸ ਦੇ ਵਿੱਚ ਐਟੋਮਿਸਿਟੀ ਨਾਈਟ੍ਰੋਜਨ ਦੀ ਕਿੰਨੀ ਹੋ ਗਈ 3 ਇਹ ਕਿਸ 'ਚ ਆ ਜਾਊਗਾ ਟਰਾਈ ਐਟੋਮਿਕ। ਹਾਈਡਰੋਜਨ ਸਿੰਗਲ ਹੈ ਠੀਕ ਹੈ ਜਾਂ ਫਿਰ ਨੋਬਲ ਗੈਸਿਸ ਲੈ ਲਓ ਉਹ ਮੋਨੋ ਐਟੋਮਿਕ ਦੇ ਵਿੱਚ ਆ ਜਾਂਦੇ ਆ ਜਿਵੇਂ ਨਿਓਨ ਜਿਹਦੀ ਐਟੋਮਿਸਿਟੀ ਕੀ ਹੋਗੀ 1 ਹੋਗੀ। ਕਲੀਅਰ ਠੀਕ ਹੈ ਜੀ ਇਹ ਚੀਜ਼ ਕਲੀਅਰ ਹੋਈ ਤੁਹਾਨੂੰ ਐਟੋਮਿਸਿਟੀ ਕਲੀਅਰ ਹੋਈ। ਨੈਕਸਟ ਆਪਾਂ ਗੱਲ ਕਰਾਂਗੇ ਐਟੋਮਿਸਿਟੀ ਤੋਂ ਬਾਅਦ ਵੈਲੈਂਸ ਇਲੈਕਟ੍ਰੋਨ ਨਿਕਾਲਣ ਦੀ ਜਾਂ ਵੈਲੈਂਸੀ ਦੀ। ਵੈਲੈਂਸ ਇਲੈਕਟ੍ਰੋਨ ਜਾਂ ਵੈਲੈਂਸੀ ਦੇਖੋ ਵੈਲੈਂਸ ਇਲੈਕਟ੍ਰੋਨਸ ਕੀ ਹੁੰਦੇ ਨੇ ਜਿੰਨੇ ਪਹਿਲਾਂ ਵੈਲੈਂਸ ਇਲੈਕਟ੍ਰੋਨ ਗੱਲ ਕਰਦੇ ਆ ਇਹਦੇ ਨਾਲ ਲਿੰਕ ਹੈ। ਅੱਛਾ ਜੀ ਵੈਲੈਂਸ ਇਲੈਕਟ੍ਰੋਨ ਦਾ ਮਤਲਬ ਹੈ ਜੋ ਆਊਟਰ ਮੋਸਟ ਸ਼ੈਲ ਦੇ ਵਿੱਚ ਜਿੰਨੇ ਨੰਬਰ ਆਫ ਇਲੈਕਟ੍ਰੋਨ ਪ੍ਰੈਜ਼ੈਂਟ ਹੈ ਮੀਨਸ ਅਮਾਊਂਟ ਜਿੰਨੀ ਨੰਬਰ ਆਫ ਇਲੈਕਟ੍ਰੋਨ ਪ੍ਰੈਜ਼ੈਂਟ ਹੈ ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ ਵੈਲੈਂਸ ਇਲੈਕਟ੍ਰੋਨ। ਜਿਵੇਂ ਆਕਸੀਜਨ ਦਾ ਅਟੋਮਿਕ ਨੰਬਰ 8 ਕੌਨਫੀਗਰੇਸ਼ਨ 2 6 ਤਾਂ ਇਸ ਦੇ ਵੈਲੈਂਸ ਇਲੈਕਟ੍ਰੋਨ ਕਿੰਨੇ ਹੋਏ 6। ਕਲੀਅਰ ਠੀਕ ਹੈ ਜੀ। ਹੁਣ ਗੱਲ ਕਰਾਂਗੇ ਵੈਲੈਂਸੀ ਦਾ ਮਤਲਬ ਹੈ
ਕੰਬਾਈਨਿੰਗ ਕਪੈਸਿਟੀ ਆਫ ਐਨ ਐਲੀਮੈਂਟ ਮੀਨਸ ਕਿੰਨੇ ਆਪਾਂ ਨੂੰ ਇਲੈਕਟ੍ਰੋਨ ਮਤਲਬ ਕਿੰਨੇ ਐਟਮ ਚਾਹੀਦੇ ਆ, ਸੌਰੀ ਇਲੈਕਟ੍ਰੋਨ ਲਿਖੀ, ਕਿੰਨੇ ਨੰਬਰ ਆਫ ਐਟਮਸ ਚਾਹੀਦੇ ਆ ਤਾਂ ਕਿ ਆਪਣੇ ਕੋਲ ਇੱਕ ਕੀ ਹੈ ਐਲੀਮੈਂਟ ਬਣ ਸਕੇ, ਜਾਂ ਆਪਾਂ ਕੀ ਕਹਿ ਸਕਦੇ ਉਹਨਾਂ ਨੂੰ ਜੋੜ ਕੇ ਇੱਕ ਕੰਪਾਊਂਡ ਬਣ ਸਕੇ। ਕਲੀਅਰ? ਉਸ ਨੂੰ ਆਪਾਂ ਕੀ ਕਹਿ ਸਕਦੇ ਹਾਂ, ਵੈਲੈਂਸੀ। ਮੀਨਸ ਜਿਹੜਾ ਹਰੇਕ ਐਟਮ ਹੈ ਉਹ ਕੀ ਕਰਦਾ, ਆਪਣੇ ਆਪ ਨੂੰ ਸਟੇਬਲ ਕਰਨਾ ਚਾਹੁੰਦਾ। ਐਟਮਸ ਆਪਣੇ ਆਪ ਨੂੰ ਸਟੇਬਲ ਕਰਨਾ ਚਾਹੁੰਦੇ ਆ। ਕਿਸ ਤਰੀਕੇ ਨਾਲ? ਜਾਂ ਤਾਂ ਉਹ ਇਲੈਕਟ੍ਰੋਨ ਨੂੰ ਗੇਨ ਕਰ ਸਕਦੇ ਆ, ਜਾਂ ਇਲੈਕਟ੍ਰੋਨ ਨੂੰ ਲੂਜ਼ ਕਰ ਸਕਦੇ ਆ, ਜਾਂ ਸ਼ੇਅਰ ਕਰ ਸਕਦੇ ਆ। ਇਸ ਟਾਈਮ ਜਦੋਂ ਇਹ ਤਿੰਨੇ ਚੀਜ਼ਾਂ ਚੱਲਦੀਆਂ ਨੇ ਤਾਂ ਉਹਨਾਂ ਨੂੰ ਜਿੰਨੇ ਐਟਮਸ ਦੀ ਜ਼ਰੂਰਤ ਹੁੰਦੀ ਆ ਉਸ ਨੂੰ ਆਪਾਂ ਕੀ ਕਹਿ ਸਕਦੇ ਹਾਂ, ਵੈਲੈਂਸੀ। ਕਲੀਅਰ? ਠੀਕ ਹੈ ਜੀ। ਹੁਣ ਜਿਵੇਂ ਆਕਸੀਜਨ ਤੋਂ ਹੀ ਸਮਝਦੇ ਹਾਂ, ਫਿਰ ਮੈਂ ਤੁਹਾਨੂੰ ਹੋਰ ਵੀ ਕੁਝ ਦੱਸਦੀ ਹਾਂ। ਜਿਵੇਂ ਆਕਸੀਜਨ ਹੈ, ਮੈਂ ਹੁਣੇ ਦੱਸਿਆ ਅਟੋਮਿਕ ਨੰਬਰ 8, ਕੌਨਫੀਗਰੇਸ਼ਨ 2 ਐਂਡ 6, ਵੈਲੈਂਸ ਇਲੈਕਟ੍ਰੋਨ ਮੈਂ 6 ਦੱਸਿਆ। ਠੀਕ ਹੈ, ਇਹਦਾ ਮਤਲਬ ਹੁਣ ਸਟੇਬਲ ਹੋਣ ਲਈ ਅਗਰ ਮੈਂ ਬਣਾਵਾਂ ਇੱਥੇ 2 ਪ੍ਰੈਜ਼ੈਂਟ ਹੈ, 1 2 3 4 5 6। ਕਲੀਅਰ? ਦੇਖੋ ਜੇ ਹੁਣ ਇਹਨੂੰ ਮਤਲਬ ਸਟੇਬਲ ਹੋਣ ਦੇ ਲਈ 2 ਇਲੈਕਟ੍ਰੋਨ ਚਾਹੀਦੇ ਨੇ, ਕਿਉਂਕਿ ਮੈਂ ਤਾਂ ਕਿਹਾ ਸੀ ਮੈਕਸੀਮਮ 8 ਹੋਣੇ ਚਾਹੀਦੇ, ਮੈਕਸੀਮਮ 8 ਹੋਣੇ ਚਾਹੀਦੇ, ਇਹਦੇ ਕੋਲ 6 ਹੈ, ਇਹਦਾ ਮਤਲਬ 2 ਇਲੈਕਟ੍ਰੋਨਸ ਹੋਰ ਚਾਹੀਦੇ ਨੇ। ਹੁਣ ਵੈਲੈਂਸ ਇਲੈਕਟ੍ਰੋਨ ਆਪਣੇ ਕੋਲ ਕੀ ਨੇ, ਕਿੰਨੇ ਹੋ ਜਾਣਗੇ, 8 - 6 ਕਿੰਨਾ ਰਹਿ ਗਿਆ ਆਪਣੇ ਕੋਲ, 2। ਇਹਦਾ ਮਤਲਬ ਇਹਦੇ ਕੋਲ ਕਿੰਨੇ ਇਲੈਕਟ੍ਰੋਨਸ ਚਾਹੀਦੇ ਨੇ, 2। ਕਲੀਅਰ? ਇਹਦੀ ਵੈਲੈਂਸੀ ਕਿੰਨੀ ਹੋਗੀ, 2। ਸਮਝ ਆਇਆ? ਵੈਲੈਂਸੀ ਕਿੰਨੀ ਹੋਗੀ ਇਸਦੀ, 2 ਹੋਗੀ। ਮੈਂ ਤੁਹਾਨੂੰ ਦੱਸੂਗੀ ਕਿਸ ਤਰੀਕੇ ਨਾਲ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ। ਇਹਨੂੰ ਸਟੇਬਲ ਹੋਣ ਲਈ 2 ਚਾਹੀਦੇ ਨੇ ਤਾਂ ਇਹਦੀ ਵੈਲੈਂਸੀ ਕਿੰਨੀ ਹੋਗੀ, 2 ਹੋਗੀ। ਕਲੀਅਰ? ਹੋਰ ਵੀ ਐਗਜ਼ਾਮਪਲ ਕਰਾਂਗੇ, ਉਸ ਤੋਂ ਪਹਿਲਾਂ ਕੁਝ ਪੁਆਇੰਟਸ ਸਮਝ ਲੈਂਦੇ ਹਾਂ ਤਾਂ ਕਿ ਤੁਸੀਂ ਵੈਲੈਂਸੀ ਈਜ਼ਲੀ ਨਿਕਾਲ ਪਾਓ। ਦੇਖੋ ਅਗਰ ਤਾਂ ਐਟਮ ਕੰਸਿਸਟ ਕਰ ਰਹੇ ਨੇ 1 2 ਜਾਂ 3 ਇਲੈਕਟ੍ਰੋਨਸ ਨੇ ਉਹਦੇ ਵੈਲੈਂਸ ਸ਼ੈਲ ਦੇ ਵਿੱਚ, ਤਾਂ ਉਹਦੀ ਵੈਲੈਂਸੀ ਵੀ ਕਿੰਨੀ ਹੋ ਜਾਂਦੀ ਹੈ, 1 2 ਐਂਡ 3 ਰਿਸਪੈਕਟਿਵਲੀ। ਠੀਕ ਹੈ, ਅਗਰ ਐਟਮ ਕੰਸਿਸਟ ਕਰ ਰਹੇ ਨੇ ਕਿੰਨੇ, 5 6 7 ਇਲੈਕਟ੍ਰੋਨਸ ਉਹਦੇ ਆਊਟਰ ਮੋਸਟ ਸ਼ੈਲ ਦੀ ਗੱਲ ਕਰ ਰਹੀ ਹਾਂ, ਤਾਂ ਉਹਦੀ ਵੈਲੈਂਸੀ ਕਿਵੇਂ ਹੋਊਗੀ, ਉਹ ਕਿੰਨੇ ਇਲੈਕਟ੍ਰੋਨ ਗੇਨ ਕਰ ਸਕਦਾ ਸਟੇਬਲ ਹੋ ਕੇ, 3 2 ਜਾਂ 1, ਤਾਂ ਉਹਦੀ ਵੈਲੈਂਸੀ ਵੀ ਇੰਨੀ ਬਣ ਜੂਗੀ। ਮਤਲਬ ਮੇਨਲੀ ਆਪਾਂ ਨੇ ਲਾਸਟ ਸ਼ੈਲ ਦੇ ਵਿੱਚ 8 ਬਣਾਉਣੇ ਆ। ਠੀਕ ਹੈ, ਮੇਨ ਇਹ ਹੈ, ਬਸ ਹੋਰ ਕੁਛ ਵੀ ਨਹੀਂ ਹੈਗਾ। ਅਗਰ ਐਟਮ ਕੋਲ ਇਲੈਕਟ੍ਰੋਨਸ 4 ਨੇ, ਜਿਵੇਂ ਕਾਰਬਨ ਦਾ ਅਟੋਮਿਕ ਨੰਬਰ 6, ਕੌਨਫੀਗਰੇਸ਼ਨ 2 4, ਹੁਣ ਇਹਨੂੰ ਸਟੇਬਲ ਹੋਣ ਲਈ 4 ਚਾਹੀਦੇ ਨੇ, ਆ ਦੇਖੋ, ਤਾਂ 4 ਇਲੈਕਟ੍ਰੋਨ ਨੇ, ਤਾਂ ਇਹਦੀ ਵੈਲੈਂਸੀ ਕਿੰਨੀ ਹੋਗੀ, 4। ਕਲੀਅਰ? ਸਮਝ ਆਇਆ? ਫੋਰਥ, ਅਗਰ ਐਟਮ ਕੋਲ ਇਲੈਕਟ੍ਰੋਨ ਪੂਰੇ ਨੇ, ਮੀਨਸ ਆਊਟਰ ਮੋਸਟ ਸ਼ੈਲ ਦੇ ਵਿੱਚ 8 ਇਲੈਕਟ੍ਰੋਨਸ ਨੇ, ਤਾਂ ਉਹਦੀ ਵੈਲੈਂਸੀ 0 ਹੋ ਜੂਗੀ, ਜੋ ਕਿਸ ਦੀ ਹੁੰਦੀ ਆਪਣੇ ਕੋਲ, ਨੋਬਲ ਗੈਸਿਸ ਦੀ ਹੁੰਦੀ ਹੈ। ਠੀਕ ਹੈ, ਜਿਵੇਂ ਨਿਓਨ, ਅਟੋਮਿਕ ਨੰਬਰ ਕਿੰਨਾ ਹੈ ਇਸਦਾ, 10, ਕੌਨਫੀਗਰੇਸ਼ਨ 2 8 8 ਪ੍ਰੈਜ਼ੈਂਟ ਹੈ, ਤਾਂ ਇਹਦੀ ਵੈਲੈਂਸੀ ਕਿੰਨੀ ਹੋਗੀ, 0। ਕਲੀਅਰ? ਵੈਲੈਂਸੀ ਸਮਝ ਆਈ? ਹੁਣ ਕੁਝ ਸੋਲਵ ਕਰ ਲੈਣਾ ਫਿਰ ਤੁਹਾਨੂੰ ਜ਼ਿਆਦਾ ਕਲੀਅਰ ਹੋਗੀ, ਮਤਲਬ एग्जाम्पल नाल। बोरोन अटोमिक नंबर 5, ठीक है जी, कॉन्फिगरेशन 2 3, वैलेंस इलैक्ट्रॉन किन्ने हैं, 3। हुण देखो तुसी वैलेंसी किवें निकालोगे, मैं की क्या सीगा, जे 1 2 3 होन, ठीक है, तो वैलेंस इलैक्ट्रॉन उन्ने ही रह जाते, तो इसकी वैलेंसी भी कितनी होगी, 3। क्लीयर हुई? ठीक है जी, मैं हुणे दस के हटी हाँ, क्योंकि ये की करते हैं, देखो जेडे हुणे एटम है, बोरोन है, इदा प्रेजेंट है, 2 इत्थे प्रेजेंट ने, 3 इत्थे प्रेजेंट ने। क्लीयर? हुण ये की करते हैं, ये जिन्हां दे आउटर मोस्ट शैल दे विच 2 ने या 8 होण, वो तो स्टेबल हो जाते हैं, मतलब अपना घूम सकते हैं। इसनों की है, किन्ने इलैक्ट्रॉन्स की जरूरत है, 5 की जरूरत है ना स्टेबल होने लई, या ये 3 लूज कर सकता है।
ਹੁਣ ਇਹ ਡਿਪੈਂਡ ਕਰਦਾ ਕਿ ਇਹਦੇ ਕੋਲ ਕਿੰਨੀ એનર્ਜੀ ਹੈ। ਗੇਨ ਕਰਨ ਦੇ ਵਿੱਚ 5 ਗੇਨ ਕਰਨ ਦੇ ਵਿੱਚ ਇਸ ਨੂੰ ਜ਼ਿਆਦਾ એનર્ਜੀ ਦੀ ਜ਼ਰੂਰਤ ਪਊਗੀ ਐਂਡ 3 ਲੂਜ਼ ਕਰਨ ਦੇ ਵਿੱਚ ਘੱਟ। ਤਾਂ ਉਹ ਅੱਗੇ ਜਦੋਂ ਆਪਾਂ ਕੰਪਾਊਂਡ ਬਣਾਵਾਂਗੇ, ਐਲੀਮੈਂਟ ਬਣਾਵਾਂਗੇ, ਉਦੋਂ ਜ਼ਰੂਰਤ ਪੈਂਦੀ ਹੈ। ਤੁਹਾਨੂੰ ਵੈਲੈਂਸੀ ਕੱਢਣੀ ਆਉਣੀ ਚਾਹੀਦੀ ਹੈ, ਠੀਕ ਹੈ। ਵੈਲੈਂਸ ਇਲੈਕਟ੍ਰੋਨ ਪਤਾ ਹੋਣੇ ਚਾਹੀਦੇ ਨੇ। ਕਲੀਅਰ। ਜਿਵੇਂ ਆਪਾਂ ਹੋਰ ਗੱਲ ਕਰ ਲੈਂਦੇ ਹਾਂ, ਜੇ ਮੈਂ ਗੱਲ ਕਰਾਂ ਸੋਡੀਅਮ ਦੀ, ਅਟੋਮਿਕ ਨੰਬਰ 11, ਕੌਨਫੀਗਰੇਸ਼ਨ ਲਿਖੋ 2 8 1। ਤਾਂ ਇਹਦਾ ਮਤਲਬ ਵੈਲੈਂਸ ਇਲੈਕਟ੍ਰੋਨ ਕਿੰਨੇ ਹੋ ਗਏ 1, ਵੈਲੈਂਸੀ ਕਿੰਨੀ ਹੋ ਗਈ 1। ਠੀਕ ਹੈ, ਸਿੰਪਲ ਸੀਗਾ। ਜੇ ਹੁਣ ਮੈਂ ਗੱਲ ਕਰਾਂ ਕੋਈ ਵੀ ਲੈ ਲਓ, ਆਕਸੀਜਨ ਹੋ ਗਿਆ, ਮੈਗਨੀਸ਼ੀਅਮ ਲੈ ਲਓ, 12 2 8 2। ਕਿੰਨੇ ਇਲੈਕਟ੍ਰੋਨਸ ਨੇ? ਵੈਲੈਂਸ ਇਲੈਕਟ੍ਰੋਨ 2, ਠੀਕ ਹੈ। ਵੈਲੈਂਸ ਇਲੈਕਟ੍ਰੋਨ ਕਿੰਨੇ ਨੇ 2, ਤਾਂ ਵੈਲੈਂਸੀ ਕਿੰਨੀ ਹੋ ਗਈ 2। ਆਈ ਹੋਪ ਤੁਹਾਨੂੰ ਇਹ ਕਰਨੀ ਆ ਗਈ ਹੋਊਗੀ, ਠੀਕ ਹੈ ਜੀ। ਕਲੀਅਰ ਹੋਇਆ? ਵੈਲੈਂਸ ਇਲੈਕਟ੍ਰੋਨ ਤੇ ਵੈਲੈਂਸੀ ਆਈ ਹੋਪ ਤੁਹਾਨੂੰ ਕਲੀਅਰ ਹੋ ਗਏ ਹੋਣੇ। ਹੁਣ ਦੇਖੋ, ਮੈਂ ਤੁਹਾਨੂੰ ਜਿੰਨਾ ਦੱਸ ਰਹੀ ਸੀ ਕਿ ਜਿਨ੍ਹਾਂ ਦੀ ਵੈਲੈਂਸੀ 0 ਹੁੰਦੀ ਹੈ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਨੋਬਲ ਗੈਸਿਸ। ਕੀ ਕਹਿ ਦਿੰਦੇ ਹਾਂ? ਨੋਬਲ ਗੈਸਿਸ। ਕਿਹੜੀਆਂ ਹੁੰਦੀਆਂ ਨੇ ਨੋਬਲ ਗੈਸਿਸ? ਜੋ ਉਹ ਐਟਮ ਜਿਹੜੇ ਸਟੇਬਲ ਹੁੰਦੇ ਨੇ, ਇਹਨਾਂ ਨੂੰ ਮੈਜਿਕ ਨੰਬਰ ਪੂਰੇ ਕਰ ਦਿੰਦੇ ਨੇ। ਕਿਹੜੇ ਕਿਹੜੇ ਹੁੰਦੇ ਨੇ ਆਪਣੇ ਕੋਲ? ਹੀਲੀਅਮ, ਨਿਓਨ, ਆਰਗੋਨ, ਕ੍ਰਿਪਟੋਨ, ਜ਼ੀਨੋਨ, ਰੈਡੋਨ। ਇਹ ਆਪਣੇ ਕੋਲ ਨੇ ਕੀ ਨੇ? ਨੋਬਲ ਗੈਸਿਸ ਹੈ। ਅਟੋਮਿਕ ਨੰਬਰ 2 10 18 36 54 86। ਕਲੀਅਰ? ਇਹਨਾਂ ਦੇ ਵਿੱਚ ਡਿਫਰੈਂਸ ਦੇਖੋ, 8 8 18। ਠੀਕ ਹੈ ਜੀ, 18। ਕਲੀਅਰ? ਇਹ ਕੀ ਹੁੰਦੇ ਨੇ ਜਿਹੜੇ ਵੀ ਨੇ? ਇਹ ਸਾਰੇ ਇਹ ਮੈਜਿਕ ਨੰਬਰ ਨੇ। 32 ਇਹ ਸਾਰੇ ਆਪਣੇ ਕੋਲ ਕੀ ਨੇ? ਮੈਜਿਕ ਨੰਬਰ ਹੁੰਦੇ, ਇਹਨਾਂ ਨੂੰ ਮੈਜਿਕ ਨੰਬਰ ਬੋਲਦੇ ਆ। 2 8 8 18 18 32 ਇਹ ਮੈਜਿਕ ਨੰਬਰਸ ਹੁੰਦੇ ਆ। ਕਲੀਅਰ? ਆਈ ਹੋਪ ਇਹ ਸਮਝ ਆਇਆ ਹੋਣਾ। ਇਹਨਾਂ ਦੀ ਸਾਰਿਆਂ ਦੀ ਕੌਨਫੀਗਰੇਸ਼ਨ ਕਰੋਗੇ ਨਾ ਤਾਂ ਇਹ ਸਟੇਬਲ ਨੇ, ਇਹਨਾਂ ਨੂੰ ਜ਼ਰੂਰਤ ਨਹੀਂ ਹੁੰਦੀ ਹੈਗੀ। ਮਤਲਬ ਨਾ ਇਹਨਾਂ ਨੂੰ, ਨਾ ਇਹ ਗੇਨ ਕਰਦੇ ਨੇ ਨਾ ਲੂਜ਼ ਕਰਦੇ ਨੇ। ਨੋ ਗੇਨ ਨੋ ਲੂਜ਼। ਇਹ ਆਪਣੇ ਨੀਦਰ ਗੇਨ ਨੋਰ ਲੂਜ਼ ਵੀ ਪਾ ਸਕਦੇ ਹੋ, ਨਾ ਹੀ ਲੂਜ਼ ਹੁੰਦੇ ਨੇ। ਇਹ ਆਪਣੇ ਆਪ ਮਜ਼ੇ 'ਚ ਘੁੰਮਦੇ ਰਹਿੰਦੇ ਨੇ। ਇਹਨਾਂ ਨੂੰ ਨੋਬਲ ਗੈਸਿਸ ਕਹਿ ਦਿੰਦੇ ਆ। ਠੀਕ ਹੈ ਜੀ, ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ ਆਇਨਸ ਦੀ। ਆਇਨਸ ਦੀ ਦੇਖੋ, ਆਇਨ ਮੇਨਲੀ ਨਾ ਇਹਨਾਂ ਦੇ 2 ਚਾਰਜਿਸ ਹੁੰਦੇ ਆ ਕਿਸੇ ਵੀ ਚੀਜ਼ 'ਤੇ। ਇੱਕ ਪੋਜ਼ੀਟਿਵ ਚਾਰਜ ਵਾਲੇ ਆਇਨਸ ਕਹਿੰਦੇ ਆ, ਇੱਕ ਨੈਗੇਟਿਵ ਚਾਰਜ ਵਾਲੇ। ਅਨਾਇਨ ਅਤੇ ਕਟਾਇਨ ਨੂੰ ਮਿਲਾ ਕੇ ਆਪਾਂ ਕੀ ਕਹਿ ਦਿੰਦੇ ਹਾਂ? ਆਇਨ। ਦੋਨਾਂ ਨੂੰ ਮਿਲਾਉਂਦੇ ਹਾਂ ਚਲੋ, ਠੀਕ ਹੈ। ਤਾਂ ਅਗਰ ਆਪਾਂ ਗੱਲ ਕਰੀਏ ਹੁਣ, ਆਇਨ 2 ਟਾਈਪਸ ਦੇ। ਇੱਕ ਤਾਂ ਹੋ ਜਾਂਦੇ ਆ, ਇਹ ਤਾਂ ਮੈਂ ਦੱਸਿਆ ਵੀ ਕਿਹੜੇ ਕਿਹੜੇ ਹੋ ਗਏ, ਪੋਜ਼ੀਟਿਵ ਅਤੇ ਨੈਗੇਟਿਵ। ਇੱਕ ਹੁੰਦੇ ਨੇ ਮੋਬਾਈਲ ਆਇਨ, ਇੱਕ ਹੁੰਦੇ ਨੇ ਇਮੋਬਾਈਲ ਆਇਨ। ਮੋਬਾਈਲ ਆਇਨ ਅਤੇ ਇਮੋਬਾਈਲ ਆਇਨ। ਮੋਬਾਈਲ ਆਇਨ ਮਤਲਬ ਜੋ ਮੂਵ ਕਰ ਪਾਉਣ, ਜੋ ਮੋਸ਼ਨ 'ਚ ਰਹਿਣ, ਜਿਵੇਂ ਇਲੈਕਟ੍ਰੋਨ, ਇਹ ਮੂਵ ਕਰਦੇ ਰਹਿੰਦੇ ਨੇ। ਠੀਕ ਹੈ। ਇਮੋਬਾਈਲ ਆਇਨ ਜੋ ਮੂਵੇਬਲ ਨਾ ਹੋਣ। ਚਾਰਜ ਪ੍ਰੈਜੈਂਟ ਹੈ, ਨੋ ਡਾਊਟ ਚਾਰਜ ਨਹੀਂ ਹੈਗਾ, ਚਾਰਜ ਪ੍ਰੈਜੈਂਟ ਹੈ ਬਟ ਮੂਵ ਨਾ ਕਰ ਪਾਉਣ, ਉਸਨੂੰ ਇਮੂਵੇਬਲ ਜਾਂ ਇਮੋਬਾਈਲ ਆਇਨ ਕਹਿ ਦਿੰਦੇ ਆ। ਠੀਕ ਹੈ। ਜਿਵੇਂ ਜੋ ਆਪਣੇ ਕੋਲ ਨਿਊਕਲੀਅਸ 'ਚ ਪ੍ਰੈਜੈਂਟ ਹੁੰਦੇ ਨੇ, ਜਾਂ ਜਿੰਨਾ ਉੱਪਰ ਆਪਾਂ ਪਲੱਸ ਅਤੇ ਨੈਗੇਟਿਵ ਸਾਈਨ ਦੋਨੋਂ ਪਾ ਦਈਏ ਅਤੇ ਉਹ ਬੈਲੈਂਸ ਹੋ ਜਾਣ, ਇੱਕ ਬਣ ਜਾਣ, ਉਹਨੂੰ ਕਹਿ ਸਕਦੇ ਹਾਂ। ਠੀਕ ਹੈ ਜੀ, ਕਲੀਅਰ। ਜਿਵੇਂ ਮੈਂ ਤੁਹਾਨੂੰ ਇਗਜ਼ਾਮਪਲ ਨਾਲ ਕਰਵਾਉਂਦੀ ਹਾਂ। ਜਿਵੇਂ ਆਪਣੇ ਕੋਲ ਕੀ ਹੈ? ਸੋਡੀਅਮ ਹੈ।
इस दी अटोमिक नंबर 11, कॉन्फिगरेशन लिखोगे 281। क्लियर, ठीक है जी। क्लोरीन ले लो, अटोमिक नंबर 17, कॉन्फिगरेशन लिखोगे 287। इन्हां दोनों ਦੇ ਵਿੱਚ देखो, ਇਹਨੂੰ 7 ਇਲੈਕਟ੍ਰੋਨ ਦੀ ਜ਼ਰੂਰਤ ਹੈ, ਇਸ ਨੂੰ 1 ਇਲੈਕਟ੍ਰੋਨ ਦੀ ਜ਼ਰੂਰਤ ਹੈ। ਕਲੀਅਰ। ਹੁਣ 7 ਲੈਣ ਦੇ ਵਿੱਚ ਇਸ ਨੂੰ ਬਹੁਤ ਜ਼ਿਆਦਾ એનર્ਜੀ ਦੀ ਚਾਹੀਦੀ ਹੈ, ਇਹਨੂੰ 7 ਲੂਜ਼ ਕਰਨ ਦੇ ਵਿੱਚ ਬਹੁਤ ਜ਼ਿਆਦਾ એનર્ਜੀ ਦੀ ਜ਼ਰੂਰਤ ਪੈਂਦੀ ਹੈ, ਹੈ ਨਾ। ਬਟ ਦੋਨੋਂ ਅਨਸਟੇਬਲ ਹੈ। ਇਹ ਦੋਨੋਂ ਕੀ ਕਰਦੇ ਆ, ਬੌਂਡ ਬਣਾ ਲੈਂਦੇ ਆ। ਜਾਂ ਐਵੇਂ ਕਹਿ ਦਿਓ, ਜੋ ਸੋਡੀਅਮ ਹੈ ਆਪਣਾ ਇੱਕ ਇਲੈਕਟ੍ਰੋਨ ਲੂਜ਼ ਕਰ ਦਿੰਦਾ ਹੈ। ਇਹ ਕਹਿੰਦਾ ਮੈਂ ਇੱਕ ਕੀ ਕਰਨਾ, ਮੈਂ ਸਟੇਬਲ ਰਹਿਣਾ, ਆਪਣਾ ਇੱਕ ਇਲੈਕਟ੍ਰੋਨ ਲੂਜ਼ ਕਰਤਾ। ਤਾਂ ਜਦੋਂ ਇੱਕ ਇਲੈਕਟ੍ਰੋਨ ਲੂਜ਼ ਕਰ ਦਿੰਦਾ ਤਾਂ ਇਹ ਕੀ ਬਣ ਜਾਂਦਾ, Na ਪੋਜ਼ੀਟਿਵ। ਮੀਨਸ ਜੋ ਇਲੈਕਟ੍ਰੋਨ ਲੂਜ਼ ਕਰ ਦਿੰਦੇ ਨੇ ਉਹਨਾਂ 'ਤੇ +10 ਚਾਰਜ ਆ ਜਾਂਦਾ ਹੈ। ਕਲੀਅਰ। ਸਟੇਬਲ ਹੋਣ ਦੇ ਲਈ ਇੱਕ ਇਲੈਕਟ੍ਰੋਨ ਆਪਣਾ ਲੂਜ਼ ਕਰਤਾ, ਕਿਸ ਨੂੰ ਦੇਤਾ, ਕਲੋਰੀਨ ਨੂੰ ਦੇਤਾ। ਕਲੋਰੀਨ ਨੇ ਇੱਕ ਇਲੈਕਟ੍ਰੋਨ ਸੋਡੀਅਮ ਤੋਂ ਲਿਆ 8 ਬਣਾਉਣ ਦੇ ਲਈ, ਇਹਨੇ ਇੱਕ ਇਲੈਕਟ੍ਰੋਨ ਗੇਨ ਕੀਤਾ ਤਾਂ ਕਲੋਰੀਨ 'ਤੇ ਕੀ ਆ ਗਿਆ, ਨੈਗੇਟਿਵ ਚਾਰਜ, ਕਿਉਂਕਿ ਇਸਨੇ ਇਲੈਕਟ੍ਰੋਨ ਨੂੰ ਕੀ ਕੀਤਾ, ਗੇਨ ਕਰ ਲਿਆ। ਕਲੀਅਰ। ਹੁਣ ਇਹ ਦੋਨੋਂ ਕੀ ਹੈ, ਪੋਜ਼ੀਟਿਵ ਅਤੇ ਨੈਗੇਟਿਵ ਚਾਰਜ ਜਦੋਂ ਇਕੱਠੇ ਹੋ ਜਾਂਦੇ ਆ, Na ਪੋਜ਼ੀਟਿਵ Cl ਨੈਗੇਟਿਵ, ਇਹ ਕੀ ਬਣ ਗਿਆ, ਇੱਕ ਆਪਣੇ ਕੋਲ ਕੰਪਾਊਂਡ ਬਣ ਗਿਆ NaCl, ਸੋਡੀਅਮ ਕਲੋਰਾਈਡ। ਕਲੀਅਰ। ਕੀ ਬਣ ਗਿਆ, ਸੋਡੀਅਮ ਕਲੋਰਾਈਡ ਬਣ ਗਿਆ। ਕਲੀਅਰ। अगर कोई चीज़ डोनेट कर रहा है इलैक्ट्रॉन तो पॉजिटिव चार्ज, एंड अगर कोई गेन कर रहा है तो नैगेटिव चार्ज आ जाता है। ये अपने आप को मेनली स्टेबल करने की कोशिश करते हैं ताकि एक न्यूट्रल हो जाए। हुण ये कि दोनों पॉजिटिव तो नैगेटिव चार्ज जो इकट्ठे हो गए एक एलीमेंट बन गया, ये की हो गए, दोनों न्यूट्रल हो गए। की हो गए, न्यूट्रल। क्लीयर, समझ आया, क्लीयर है जी कि किद्दां हुंदा है। नैक्सट आपां गल करांगे, आपां ने मोलीक्यूल बारे पढ़िया सीगा, मैं कल इंट्रो करवाई सी तुहानूं। मोलीक्यूल की हुंदा है, देखो मोलीक्यूल या अणु जो दो तो ज़्यादा एटम्स जुड़ जाते हैं तो वो की बना देंगे ने, मोलीक्यूल बना देंगे ने। ठीक है, जिमें वाटर दस्सिया सी मैं कल, हाइड्रोजन तो ऑक्सीजन जुड़ गए, अपने कोल की बन गया, मोलीक्यूल बन गया वाटर। ठीक है, या दो ऑक्सीजन के एटम जुड़ गए, ये भी एक मोलीक्यूल बन गया। क्लीयर। अलग अलग भी जुड़ सकते हैं तो सेम भी जुड़ सकते हैं। अगर आप गल करिए जिन्नियां भी अपने कोल लिक्विड ने या गैसिस ने, इस वर्ल्ड के जिन्ने भी लिक्विड्स एंड गैसिस ने वो मेनली मोलीक्यूल्स तो बनते हैं। किस तो, मोलीक्यूल्स तो। ਜਿਹੜੇ सॉलिड होंगे है वो एटम्स तो मेनली कहा जाता है, मैटल्स सारिया जिन्नियां भी मैटल्स ने वो एटम्स तो बनदियां ने। ठीक है, हुण आपां ने कल अटोमिक मास भी मैं करवाया सी, जिसनों ए नाल डिनोट करदे नंबर ऑफ न्यूट्रॉन एंड नंबर ऑफ प्रोटॉन दा ऐड कर दिंदे तो एटोमिक मास आ जाता है ना। अज आपां गल करांगे मोलीक्यूलर मास की। मोलीक्यूलर मास की हुंदा है, मोलीक्यूलर मास मतलब मोलीक्यूल्स की जो टोटल मास है, टोटल वेट है, टोटल मास नूं आपां की कह दिंदे आ, मोलीक्यूलर मास। मोलीक्यूल्स के मास नूं आपां मोलीक्यूलर मास कह दिंदे आ। ठीक है जी, जिवें हुण अपने कोल एग्जाम्पल मैं वाटर दी लई सी H2O, इसका अगर आप मास निकालना है तो किस तरीके नाल निकालांगे। हाइड्रोजन के कितना एटम ने अपने कोल, 2 एटम्स ने, एंड ऑक्सीजन का अपने कोल 1 एटम है। हाइड्रोजन का 2 एटम ने पर इसका मास कितना हुंदा, 1। आपां नूं पता ना हाइड्रोजन का मास 1 हुंदा, एंड ऑक्सीजन का मास कितना हुंदा, 16, क्योंकि एटॉमिक नंबर कितना हुंदा अपने कोल 8। क्लीयर। तो किस तरीके नाल निकालांगे, वैल्यू च पुट करांगे, 2 मास कितना हुंदा 1 प्लस ऑक्सीजन का मास कितना हुंदा 16, 2 + 16 कितना हो गया 18। वाटर का मास कितना अपने कोल 18, मोलीक्यूलर मास। होर ले लो एग्जाम्पल क्लीयर करने के लिए, अमोनीया NH3, नाइट्रोजन का एटॉमिक मास कितना होंदा 14, हाइड्रोजन का अपन पता है 1 होंदा, तो ले लो 14 + 3 ने अपने कोल हाइड्रोजन 1, 14 + 3 कितना आ गया 17,
ਤਾਂ ਅਮੋਨੀਆ ਦਾ ਕਿੰਨਾ ਹੋ ਗਿਆ 17। ਤੁਸੀਂ ਮੈਨੂੰ ਕਾਰਬਨ ਡਾਈਆਕਸਾਈਡ ਦਾ ਐਂਡ ਹੋਰ ਕਿਹਦਾ ਦਾ H2SO4 ਦਾ ਸਲਫਿਊਰਿਕ ਐਸਿਡ ਦਾ ਨਿਕਾਲ ਕੇ ਕਮੈਂਟ ਸੈਕਸ਼ਨ ਦੇ ਵਿੱਚ ਆਨਸਰਸ ਦੱਸੋਗੇ। ਕਲੀਅਰ। ਨੈਕਸਟ ਜੋ ਟੌਪਿਕ ਕਰਨਾ ਆਪਾਂ ਆਈਸੋਟੋਪਸ ਦੀ। ਦੇਖੋ ਆਈਸੋਟੋਪ ਕੀ ਹੁੰਦੇ ਨੇ ਪੰਜਾਬੀ 'ਚ ਇਹਨੂੰ ਆਈ ਥਿੰਕ ਸਮਾਸਥਾਨਕ ਚੈੱਕ ਕਰ ਲਿਓ ਪਲੀਜ਼। ਆਈਸੋਟੋਪ ਉਹ ਐਲੀਮੈਂਟਸ ਹੁੰਦੇ ਆ ਜਿਨ੍ਹਾਂ ਦਾ ਸੇਮ ਅਟੋਮਿਕ ਨੰਬਰ ਬਟ ਡਿਫਰੈਂਟ ਕੀ ਹੁੰਦਾ ਮਾਸ ਨੰਬਰ। ਕਲੀਅਰ। ਦੇਖੋ ਆਪਣੇ ਕੋਲ ਬਹੁਤ ਸਾਰੇ ਜਿਹੜੇ ਪੀਰੀਓਡਿਕ ਟੇਬਲ ਦੇ ਵਿੱਚ ਇੱਦਾਂ ਦੇ ਐਲੀਮੈਂਟਸ ਨੇ ਜਿਨ੍ਹਾਂ ਦਾ ਅਟੋਮਿਕ ਨੰਬਰ ਸੇਮ ਹੈ ਬਟ ਡਿਫਰੈਂਟ ਮਾਸ ਨੰਬਰ ਹੈ। ਜਿਵੇਂ ਮੈਂ ਗੱਲ ਕਰਦੀ ਹਾਂ, ਦੇਖੋ ਹਾਈਡਰੋਜਨ ਦੀ ਪੀਰੀਓਡਿਕ ਟੇਬਲ ਦੇ ਵਿੱਚ ਇੱਕ ਦਿਖਾਇਆ ਹੋਇਆ ਬਟ ਐਕਚੁਅਲ ਦੇ ਵਿੱਚ 3 ਨੇ ਜਿਨ੍ਹਾਂ ਦਾ ਅਟੋਮਿਕ ਨੰਬਰ 1 ਹੀ ਹੈ ਬਟ ਉਸਦਾ ਮਾਸ ਨੰਬਰ ਡਿਫਰੈਂਟ ਹੈ 1 2 3। ਫਸਟ ਨੂੰ ਆਪਾਂ ਕਹਿੰਦੇ ਹਾਂ ਪ੍ਰੋਟੀਅਮ, ਸੈਕਿੰਡ ਡਿਊਟੀਰੀਅਮ, ਥਰਡ ਟ੍ਰਿਟੇਰੀਅਮ। ਕਲੀਅਰ। ਠੀਕ ਹੈ ਜੀ। 3 ਆਈਸੋਟੋਪ ਨੇ ਕਿਸ ਦੇ ਹਾਈਡਰੋਜਨ ਦੇ। ਹਾਈਡਰੋਜਨ ਦੇ ਵਿੱਚ ਨਿਊਟਰੋਨ 0 ਹੁੰਦਾ, ਧਿਆਨ 'ਚ ਰੱਖਿਓ। ਸਿਰਫ ਹਾਈਡਰੋਜਨ ਇੱਦਾਂ ਦਾ ਜਿਸ ਦੇ ਵਿੱਚ ਨਿਊਟਰੋਨ ਕੀ ਹੁੰਦਾ 0 ਹੁੰਦਾ। ਕਲੀਅਰ। ਨੈਕਸਟ ਅਗਰ ਆਪਾਂ ਗੱਲ ਕਰੀਏ ਆਈਸੋਟੋਪਸ ਤਾਂ ਤੁਹਾਨੂੰ ਪਤਾ ਲੱਗ ਹੀ ਗਏ ਹੋਣੇ ਆ। ਐਵੇਂ ਕੋਬਾਲਟ ਦੇ ਵੀ ਹੁੰਦੇ ਆ ਹੈ ਨਾ ਆਈਸੋਟੋਪ, ਆਇਓਡੀਨ ਦੇ ਵੀ ਹੁੰਦੇ ਆ। ਇਹਨਾਂ ਦੇ ਅਲੱਗ-ਅਲੱਗ ਪਰਪਸ 'ਚ ਆਪਾਂ ਯੂਜ਼ ਕਰਦੇ ਹਾਂ। ਜਿਵੇਂ ਹਾਈਡਰੋਜਨ ਦਾ ਜੋ ਟ੍ਰੀਟੀਅਮ ਹੈ, ਠੀਕ ਹੈ ਜੀ, ਇਸ ਨੂੰ ਰੇਡੀਓ ਐਕਟਿਵ ਪਰਪਸ ਦੇ ਲਈ ਆਪਾਂ ਯੂਜ਼ ਕਰਦੇ ਹਾਂ। ਐਂਡ ਸੈਕਿੰਡ ਗੱਲ ਕੀਤੀ ਜਾਵੇ ਜਿਹੜੇ ਕੋਬਾਲਟ ਦੇ ਆਈਸੋਟੋਪ ਹੈ ਇਹਨਾਂ ਨੂੰ ਕੈਂਸਰ ਦੀ ਇਲਾਜ ਦੇ ਲਈ, ਟ੍ਰੀਟਮੈਂਟ ਦੇ ਲਈ, ਕੈਂਸਰ ਦੇ ਟ੍ਰੀਟਮੈਂਟ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਕਲੀਅਰ। ਜੋ ਆਪਣੇ ਕੋਲ ਆਇਓਡੀਨ ਦੇ ਆਈਸੋਟੋਪ ਹੈ ਉਹ ਗੁਆਇਟਰ ਨਾਮ ਦੀ ਡਿਸੀਜ਼ਜ਼ ਹੁੰਦੀ ਹੈ ਉਸ ਦੇ ਲਈ। ਕਲੀਅਰ। ਐਂਡ ਯੂਰੇਨੀਅਮ ਦੇ ਜੋ ਆਈਸੋਟੋਪ ਨੇ ਇਹਦੇ ਲਈ ਜੋ ਆਪਣੇ ਕੋਲ ਪਰਮਾਣੂ ਊਰਜਾ ਹੁੰਦੀਆਂ ਨੇ ਜਿਹੜੀਆਂ ਉਹਨਾਂ ਦੇ ਲਈ ਯੂਜ਼ ਕਰ ਲਿੱਤਾ ਜਾਂਦਾ। ਠੀਕ ਹੈ। ਕਲੀਅਰ। ਇਹ ਇੰਪੋਰਟੈਂਟ ਨੇ ਚਾਰੋਂ। ਤਾਂ ਇੱਥੋਂ ਆਪਾਂ ਕੀ ਕਹਿ ਸਕਦੇ ਹਾਂ, ਆਈਸੋਟੋਪ ਉਹ ਵੀ ਨੇ ਜਿਨ੍ਹਾਂ ਵਿੱਚ ਪ੍ਰੋਟੋਨ ਦੀ ਸੰਖਿਆ, ਪ੍ਰੋਟੋਨ ਦੇ ਨੰਬਰ ਆਫ ਪ੍ਰੋਟੋਨਸ ਇਕੁਅਲ ਹੋਣ ਤੇ ਨਿਊਟਰੋਨਸ ਕੀ ਹੋਣ ਅਲੱਗ-ਅਲੱਗ, ਨਿਊਟਰੋਨਸ ਡਿਫਰੈਂਟ ਹੋਣ। ਕੀ ਦੀ ਗੱਲ ਕਰ ਰਹੀ ਹਾਂ ਮੈਂ, ਕਿਉਂਕਿ ਆਪਾਂ ਨੇ ਅਲੱਗ-ਅਲੱਗ ਐਟਮ ਲਏ ਨੇ, ਸਾਰਿਆਂ 'ਚ ਪ੍ਰੋਟੋਨ ਸੇਮ ਹੋਣ ਬਟ ਨਿਊਟਰੋਨ ਡਿਫਰੈਂਟ। ਜਿਵੇਂ ਨਾ ਹਾਈਡਰੋਜਨ ਹੀ ਲੈ ਲਓ, ਹਾਈਡਰੋਜਨ ਦੀ ਗੱਲ ਕੀਤੀ ਹੈ, ਅਟੋਮਿਕ ਨੰਬਰ ਐਂਡ ਅਟੋਮਿਕ ਮਾਸ 1 ਹੁੰਦਾ ਤਾਂ ਨੰਬਰ ਆਫ ਨਿਊਟਰੋਨ 0 ਹੋ ਗਏ। ਬਟ ਅਗਰ ਮੈਂ ਡਿਊਟੀਰੀਅਮ ਲੈ ਲਾਂ, ਡੀ ਲਿਖਦੀ ਹਾਂ, ਤਾਂ ਉਸਦਾ ਮਾਸ 2 ਹੋ ਗਿਆ ਨਾ, ਅਟੋਮਿਕ ਨੰਬਰ ਤਾਂ 1 ਹੈ ਤਾਂ ਨੰਬਰ ਆਫ ਨਿਊਟਰੋਨ ਕਿੰਨੇ ਹੋ ਜਾਣਗੇ A-Z1। ਕਲੀਅਰ। ਤਾਂ ਨੰਬਰ ਆਫ ਨਿਊਟਰੋਨਸ ਕੀ ਹੋ ਜਾਂਦੇ ਨੇ ਡਿਫਰੈਂਟ ਹੋ ਜਾਂਦੇ ਆ। ਨੈਕਸਟ ਗੱਲ ਕਰਾਂਗੇ ਆਈਸੋਬਾਰ। ਆਈਸੋਬਾਰ ਕੀ ਹੁੰਦੇ ਆ, ਜਿਨ੍ਹਾਂ ਦਾ ਸੇਮ ਅਟੋਮਿਕ ਨੰਬਰ ਹੈ ਓਪੋਜ਼ਿਟ ਹੈ ਉਸ ਤੋਂ, ਆਈਸੋਟੋਪ ਤੋਂ, ਬਟ ਡਿਫਰੈਂਟ ਕੀ ਹੈ ਮਾਸ ਨੰਬਰ। ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਆਈਸੋਬਾਰ। ਜਿਵੇਂ ਐਗਜ਼ਾਮਪਲ ਆਰਗਨ ਐਂਡ ਕੈਲਸ਼ੀਅਮ। ਅਟੋਮਿਕ ਨੰਬਰ ਆਰਗਨ ਦਾ 18 ਹੈ, ਕੈਲਸ਼ੀਅਮ ਦਾ 20 ਹੈ ਬਟ ਮਾਸ ਨੰਬਰ ਦੋਨਾਂ ਦਾ ਸੇਮ ਹੈ 40।
ਇਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਆਈਸੋਬਾਰ। ਇੱਕ ਹੁੰਦੇ ਨੇ ਆਈਸੋਟੋਨਸ, ਜਿਨ੍ਹਾਂ ਦੇ ਵਿੱਚ ਸੇਮ ਨੰਬਰ ਆਫ ਨਿਊਟਰੋਨ, ਗੱਲ ਹੀ ਖਤਮ, ਸੇਮ ਨੰਬਰ ਆਫ ਨਿਊਟਰੋਨ ਹੋਣ, ਉਹਨਾਂ ਨੂੰ ਕਹਿ ਦਿੰਦੇ ਆਪਾਂ ਆਈਸੋਟੋਨਸ। ਜਿਵੇਂ ਪੋਟਾਸ਼ੀਅਮ ਐਂਡ ਕੈਲਸ਼ੀਅਮ 19-20। ਨਿਊਟਰੋਨ ਨਿਕਾਲ ਦੋ, ਮਾਸ ਨੰਬਰ ਮਾਈਨਸ ਐਟੋਮਿਕ ਨੰਬਰ, ਕਿੰਨਾ ਆ ਗਿਆ ਇਸ ਦਾ 20। ਕਲੀਅਰ, ਇਸ ਦਾ ਵੀ ਕਿੰਨਾ ਹੋ ਗਿਆ 20। ਤਾਂ ਸੇਮ ਨੰਬਰ ਆਫ ਕੀ ਪ੍ਰੈਜ਼ੈਂਟ ਨੇ ਨਿਊਟਰੋਨ, ਤਾਂ ਇਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਆਈਸੋਟੋਨਸ ਕਹਿ ਦਿੰਦੇ ਹਾਂ। ਕਲੀਅਰ, ਆਈ ਹੋਪ ਤੁਹਾਨੂੰ ਚੈਪਟਰ ਕਲੀਅਰ ਹੋਇਆ। ਠੀਕ ਹੈ ਜੀ। ਐਂਡ ਕੁਛ ਟਰਮਸ ਮੈਂ ਤੁਹਾਨੂੰ ਦੱਸ ਦਿੰਦੀ, ਇੱਕ 1 ਮੋਲ ਦੇ ਵਿੱਚ ਕਿੰਨੇ ਨੰਬਰ ਆਫ ਐਟਮਸ ਪ੍ਰੈਜ਼ੈਂਟ ਹੁੰਦੇ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿੰਨੇ ਹੁੰਦੇ, 6.022 × 10⁻23 ਐਟਮਸ ਪ੍ਰੈਜ਼ੈਂਟ ਹੁੰਦੇ ਆ। ਇਸ ਨੂੰ ਆਪਾਂ ਕੀ ਬੋਲਦੇ ਹਾਂ ਐਵੋਗੈਡਰੋ ਨੰਬਰ ਬੋਲ ਦਿੰਦੇ ਹਾਂ। ਠੀਕ ਹੈ। ਮੋਲਰ ਮਾਸ ਨੂੰ ਆਪਾਂ ਹਮੇਸ਼ਾ ਗ੍ਰਾਮ ਦੇ ਵਿੱਚ ਲੈਂਦੇ ਹਾਂ, ਐਂਡ ਮੋਲੀਕਿਊਲਰ ਮਾਸ ਨੂੰ ਆਪਾਂ ਯੂ ਦੇ ਵਿੱਚ ਲੈ ਲੈਂਦੇ ਹਾਂ, ਮਤਲਬ ਠੀਕ ਹੈ। 1 ਮੋਲ, 1 ਮੋਲ ਦਾ ਜੋ ਮਾਸ ਹੁੰਦਾ ਉਸ ਨੂੰ ਮੋਲਰ ਮਾਸ ਕਿਹਾ ਜਾਂਦਾ ਹੈ। ਠੀਕ ਹੈ ਜੀ। ਕਲੀਅਰ, ਮੈਂ ਤੁਹਾਨੂੰ ਇਹ ਮੋਲਰ ਮਾਸ ਆਪਾਂ ਡਿਟੇਲ ਦੇ ਵਿੱਚ ਕਰ ਲੈਂਦੇ ਹਾਂ। ਮੈਂ ਥੋੜ੍ਹਾ ਮਤਲਬ ਇੰਨੀ ਡਿਟੇਲ ਦੇ ਵਿੱਚ ਨਾ ਜਾਣ ਦੀ ਜ਼ਰੂਰਤ ਹੈ ਨਹੀਂ, ਤਾਂ ਹੀ ਮੈਂ ਤੁਹਾਨੂੰ ਥੋੜ੍ਹਾ ਜਿਹਾ ਉੱਪਰੋਂ ਬੇਸਿਕ ਚੀਜ਼ਾਂ ਦੱਸਦੀ ਹਾਂ, ਕਿਉਂਕਿ ਇਹ ਨਹੀਂ ਤਾਂ ਬਹੁਤ ਵੱਡਾ ਟੌਪਿਕ ਬਣ ਜਾਂਦਾ ਹੈ ਮੋਲਰ ਮਾਸ ਵਾਲਾ। ਤਾਂ ਮੈਂ ਤੁਹਾਨੂੰ ਜਿੰਨਾ ਕੁ ਜ਼ਰੂਰਤ ਹੈਗੀ ਉਹ ਚੀਜ਼ ਮੈਂ ਤੁਹਾਨੂੰ ਦੱਸਦੀ। ਠੀਕ ਹੈ। ਮਤਲਬ ਜਿਹੜਾ ਮੋਲ ਕੰਸੈਪਟ ਹੈ, 1 ਮੋਲ ਕਿਸੇ ਵੀ ਸਪੀਸੀਜ਼ ਦਾ ਐਟਮ, ਮੋਲੀਕਿਊਲਸ, ਆਇਨ, ਪਾਰਟੀਕਲ, ਉਹਦੀ ਕੁਆਂਟਿਟੀ, ਉਹਦਾ ਜਿਹੜਾ ਮਾਸ ਹੈ ਕਿਸ ਦੇ ਇਕੁਅਲ ਹੁੰਦਾ, ਜਿਹੜਾ ਅਟੋਮਿਕ ਜਾਂ ਮੋਲੀਕਿਊਲਰ ਮਾਸ ਹੁੰਦਾ ਗ੍ਰਾਮ ਦੇ, ਇਹਦੇ ਇਕੁਅਲ ਹੁੰਦਾ। ਠੀਕ ਹੈ। ਕਲੀਅਰ, ਬਸ ਉਸ ਨੂੰ ਮੋਲਰ ਮਾਸ ਕਹਿ ਦਿੰਦੇ ਨੇ। ਆਈ ਹੋਪ ਤੁਹਾਨੂੰ ਇਹ ਮੋਲ ਕੰਸੈਪਟ ਕਹਿ ਦਿੰਦੇ ਨੇ, ਬਸ ਇੰਨੀ ਕੁ ਚੀਜ਼ ਕਰਨੀ ਹੈ ਤੁਸੀਂ। ਆਈ ਹੋਪ ਅੱਜ ਦੀ ਕਲਾਸ ਤੁਹਾਨੂੰ ਵਧੀਆ ਲੱਗੀ ਹੈ। ਪਲੀਜ਼ ਅਗਰ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਜ਼ਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ। ਠੀਕ ਹੈ ਜੀ। ਜੋ ਮੈंने ਕੁਐਸਚਨਸ ਪੁੱਛੇ ਉਹਨਾਂ ਦੇ ਆਨਸਰ ਦੇ ਦਿਆ ਕਰੋ, ਤਾਂ ਕਿ ਮੈਨੂੰ ਵੀ ਪਤਾ ਲੱਗੇ ਤੁਸੀਂ ਟਾਈਮ ਨਾਲ ਦੇਖ ਰਹੇ ਹੋ ਜਾਂ ਨਹੀਂ। ਐਂਡ ਸ਼ੇਅਰ ਕਰਨਾ ਨਾ ਭੁੱਲਿਓ, ਮੈਂ ਪਹਿਲਾਂ ਵੀ ਕਿਹਾ। ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ। ਥੈਂਕ ਯੂ ਸੋ ਮਚ।